हाँ जी स्टूडेंट्स वेलकम कर दिंदा तुहाडा टू स्टडी क्लास यूट्यूब चैनल ਦੇ ਵਿੱਚ इस वीडियो ਦੇ ਵਿੱਚ स्टूडेंट्स ਆਪਾਂ BA ਸਮੈਸਟਰ 5th ਲਈ ਹਿਸਟਰੀ ਦਾ ਜਿਹੜੇ ਕਿ ਟੌਪਿਕ ਲੈ ਕੇ ਆਏ ਸ਼ਾਰਟ ਕੁਐਸਚਨ ਆਨਸਰ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ। ਠੀਕ ਹੈ, ਇਸ ਚੈਪਟਰ ਦੇ ਵਿੱਚ ਆਪਾਂ ਸ਼ਾਰਟ ਕੁਐਸਚਨ ਆਨਸਰ ਕਰਾਂਗੇ स्टूडेंट्स ਤੇ ਤੁਹਾਡੇ ਮੈਪ ਜਿਹੜੇ ਕਿ ਆਪਾਂ ਬਹੁਤ ਜਲਦ ਕਰਵਾਵਾਂਗੇ ਤੁਹਾਨੂੰ। ਹਾਂਜੀ ਫਸਟ ਕੁਐਸਚਨ ਆ ਫਸਟ ਕੁਐਸਚਨ ਆ 3 ਧਿਰੀ ਸਮਝੌਤਾ ਕੀ ਸੀ। ਠੀਕ ਹੈ, ਜਾਂ 3 ਧਿਰ ਸਮਝੌਤੇ ਦੇ ਵਿਸ਼ੇਸ਼ਤਾਵਾਂ ਇਹਦੇ ਵਿੱਚ ਕੀ ਸੀ ਕਿ ਤਿੰਨ ਧਿਰਾਂ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਬਿਸਮਾਰਕ ਦੇ 3 ਧਿਰੀ ਸਮਝੌਤੇ ਨੇ ਯੂਰਪ ਦੇ ਇੱਕ ਹੋਰ ਦੇਸ਼ ਨੂੰ ਵੀ ਯੂਰਪ ਦੀ ਗੁੱਟਬੰਦੀ ਦੇ ਰਸਤੇ ਦੇ ਵਿੱਚ ਖਿੱਚ ਲਿਆ। ਇਹ ਦੇਸ਼ ਸੀ ਇਟਲੀ। ਠੀਕ ਹੈ, ਇਹ ਸਮਝੌਤਾ 2 ਧਿਰਾਂ ਸਮਝੌਤਾ ਦਾ ਹੀ ਬਦਲੇ ਰੂਸੀ ਭਾਵ ਕਿ ਜਿਹੜਾ ਪਹਿਲਾਂ 2 ਧਿਰਾਂ ਦੇ ਵਿੱਚ ਬਦਲਿਆ ਹੋਇਆ 2 ਧਿਰਾਂ ਦੇ ਵਿੱਚ ਜਿਹੜਾ ਸਮਝੌਤਾ ਸੀ ਉਹਨੂੰ 3 ਧਿਰਾਂ ਦੇ ਵਿੱਚ ਹੋ ਗਿਆ ਸੀ। ਉਹਦੇ ਵਿੱਚ ਕਿਹੜਾ ਆ ਗਿਆ ਸੀ ਦੇਸ਼ ਇਟਲੀ। ਤੇ 1882 ਈਸਵੀ ਦੇ ਵਿੱਚ ਇਟਲੀ ਦੇ ਮਿਲ ਜਾਣ ਕਰਕੇ 2 ਧਿਰੀ ਸਮਝੌਤੇ ਨੇ ਜਿਹੜੇ ਕਿ 3 ਧਿਰੀ ਸਮਝੌਤਾ ਰੂਪ ਧਾਰਨ ਕਰ ਲਿਆ। ਭਾਵ ਕਿ ਜਿਹੜਾ ਪਹਿਲਾਂ ਇਹ 2 ਧਿਰਾਂ ਦੇ ਵਿੱਚ ਸਮਝੌਤਾ ਸੀ ਬਟ ਜਦੋਂ ਇਹਦੇ ਵਿੱਚ ਇਟਲੀ ਸ਼ਾਮਲ ਹੋ ਗਿਆ ਤਾਂ ਇਹ 3 ਧਿਰੀ ਸਮਝੌਤਾ ਬਣ ਗਿਆ। ਤੇ ਇਸ ਸਮਝੌਤੇ ਦੇ ਸ਼ਰਤਾਂ ਜਿਹੜੇ ਕਿ ਗੁਪਤ ਸੀ। ਸੋ ਯੂਰਪ ਦੇ ਹੋਰ ਦੇਸ਼ਾਂ ਦਾ ਇਹ ਸਮਝੌਤਾ ਪ੍ਰਤੀ ਜਿਹੜੇ ਕਿ ਸੰਦੇਹ ਪਹਿਲਾਂ ਤੋਂ ਵੱਧ ਪ੍ਰਬਲ ਭਾਵ ਕਿ ਜਿਹੜਾ ਡਾਊਟ ਸੀ ਉਹ ਵੱਧ ਵਿੱਚ ਹੋਰ ਜ਼ਿਆਦਾ ਜਿਹੜਾ ਕਿ ਵੱਧ ਗਿਆ। ਤੇ ਲਗਭਗ ਸਾਰੇ ਇਹ ਦੇਸ਼ ਸੋਚਣ ਲਈ ਮਜਬੂਰ ਹੋ ਗਏ ਕਿ ਸਮਝੌਤੇ ਦੇ ਵਿੱਚ ਅਵਸ਼ ਹੀ ਜ਼ਰੂਰ ਹੀ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਵਿਰੁੱਧ ਜਿਹੜੇ ਕਿ ਭਿਆਨਕ ਉਦੇਸ਼ ਲੁਕੇ ਹੋ ਸਕਦੇ ਨੇ। ਤੇ ਆਪਣੀ ਸੁਰੱਖਿਆ ਲਈ ਸਾਰੇ ਦੇਸ਼ਾਂ ਨੇ ਆਪਣੇ ਜਿਹੜੇ ਕਿ ਚਾਲਾਂ ਤੇਜ਼ ਕਰ ਦਿੱਤੀਆਂ। ਤੇ ਆਖਰ ਜਿਹੜੇ ਕਿ ਇਹ 3 ਦੁਸ਼ਮਣ ਰੂਸ, ਫਰਾਂਸ, ਇੰਗਲੈਂਡ ਦਾ ਇੱਕ ਹੋਰ ਗੁੱਟ ਕਾਇਮ ਹੋ ਗਿਆ, ਰੂਸ, ਫਰਾਂਸ ਤੇ ਇੰਗਲੈਂਡ ਦਾ। ਤੇ ਇਸ ਤਰ੍ਹਾਂ ਬਿਸਮਾਰਕ ਦਾ 3 ਧਿਰੀ ਸਮਝੌਤਾ ਯੂਰਪ ਨੂੰ ਜਿਹੜੇ ਕਿ 2 ਗੁੱਟਾਂ ਦੇ ਵਿੱਚ ਵੰਡਣ ਦੇ ਵਿੱਚ ਵੱਧ ਜ਼ਿੰਮੇਵਾਰ ਬਣ ਗਿਆ। ਅੱਗੇ ਤਿੰਨ ਰਾਸ਼ਟਰੀ ਸਮਝੌਤਾ ਕੀ ਸੀ। 1894 ਈਸਵੀ ਵਿੱਚ ਫਰਾਂਸ ਤੇ ਰੂਸ ਦੇ ਵਿੱਚ ਸਮਝੌਤਾ ਹੋਇਆ। ਫਰਾਂਸ ਤੇ ਰੂਸ ਦੇ ਵਿੱਚ 1894 ਦੇ ਵਿੱਚ। ਤਾਂ 1904 ਈਸਵੀ ਵਿੱਚ ਫਰਾਂਸ, ਇੰਗਲੈਂਡ ਦੇ ਵਿੱਚ ਸਮਝੌਤਾ ਹੋਇਆ। ਪਹਿਲਾਂ ਫਰਾਂਸ ਤੇ ਰੂਸ ਦੇ ਵਿੱਚ ਸਮਝੌਤਾ, ਫਿਰ 1904 ਦੇ ਵਿੱਚ ਫਰਾਂਸ ਤੇ ਇੰਗਲੈਂਡ ਦੇ ਵਿੱਚ ਸਮਝੌਤਾ ਹੋਇਆ। ਇਸ ਤਰ੍ਹਾਂ ਫਰਾਂਸ, ਰੂਸ, ਇੰਗਲੈਂਡ ਦੇ ਇਹਨਾਂ ਦੇ ਵਿੱਚ ਤਿੰਨਾਂ ਦੇ ਵਿੱਚ ਇੱਕ ਕੜੀ ਬਣ ਗਈ ਭਾਵ ਕਿ ਜਿਹੜੇ 3 ਰਾਸ਼ਟਰੀ ਸਮਝੌਤਾ ਸੀ ਉਹਨਾਂ ਤਿੰਨਾਂ ਦੇ ਵਿੱਚ ਫਰਾਂਸ, ਰੂਸ ਤੇ ਇੰਗਲੈਂਡ ਦੇ ਵਿੱਚ ਹੋ ਗਿਆ। ਤੇ ਜਦ ਇਹ ਤਿੰਨੇ ਦੇਸ਼ ਇੱਕ ਗੁੱਟ ਹੋ ਗਏ ਤਾਂ 1907 ਈਸਵੀ ਵਿੱਚ ਇੱਕ ਦਿਨ ਇਹ ਦੇਖਣ ਨੂੰ ਮਿਲਿਆ ਕਿ ਇਹਦੇ ਨਾਲ ਰੂਸ, ਇੰਗਲੈਂਡ ਦੇ ਜਿਹੜੇ ਸਮਝੌਤੇ ਨੇ ਤਿੰਨਾਂ ਦੇਸ਼ਾਂ ਦੇ ਵਿੱਚ ਚੱਲ ਰਹੇ ਮਿੱਤਰਤਾ ਦੇ ਚੱਕਰ ਨੂੰ ਜਿਹੜੇ ਕਿ ਇਹਨਾਂ ਨੇ ਪੂਰਾ ਕੀਤਾ। ਤੇ ਤਿੰਨਾਂ ਦੇਸ਼ਾਂ ਦੇ ਵਿੱਚ ਸਮੂਹਿਕ ਤੌਰ ਤੇ ਇੱਕ ਸਦਭਾਵਨਾ ਸਮਝੌਤਾ ਹੋਇਆ। ਤੇ ਯੂਰਪ ਦੇ ਰਾਜਨੀਤਿਕ ਰੰਗਮੰਚ ਤੇ 3 ਧਿਰੀ ਸਮਝੌਤੇ ਦੇ ਜਵਾਬ ਦੇ ਵਿੱਚ 3 ਧਿਰੀ ਸਦਭਾਵਨਾ ਸੰਧੀ ਕਾਇਮ ਹੋਈ। ਤੇ ਇਸ ਤਰ੍ਹਾਂ ਕਾਫੀ ਸਮੇਂ ਤੋਂ ਗੁੱਟਬੰਦੀ ਦੀ ਜਿਹੜੀ ਲਪੇਟ ਦੇ ਵਿੱਚ ਰਿਹਾ ਯੂਰਪ 2 ਗੁੱਟਾਂ ਦੇ ਵਿੱਚ ਵੰਡਿਆ ਗਿਆ। ਇਹ ਗੁੱਟ ਸੀ ਜਰਮਨੀ, ਆਸਟਰੀ, ਇਟਲੀ ਦਾ ਗੁੱਟ। ਇੱਕ ਤੇ ਇਹ ਵਾਲਾ ਜਰਮਨੀ, ਆਸਟਰੀ, ਇਟਲੀ ਦਾ ਗੁੱਟ। ਤੇ ਦੂਜਾ 3 ਰਾਸ਼ਟਰੀ ਸਮਝੌਤਾ ਇੰਗਲੈਂਡ, ਰੂਸ, ਫਰਾਂਸ। ਜਰਮਨੀ, ਆਸਟਰੀ, ਇਟਲੀ ਵਾਲਾ ਜਿਹੜੇ ਕਿ ਆਪਾਂ ਨੇ ਹੁਣ ਪਹਿਲਾ ਕੁਐਸਚਨ ਕੀਤਾ ਉਹ ਵਾਲਾ ਸੀ। ਪਹਿਲਾਂ ਆਪਾਂ ਨੇ ਕੁਐਸਚਨ ਕੀਤਾ ਸਟਾਰਟਿੰਗ 'ਚ 3 ਧਿਰੀ ਸਮਝੌਤਾ। ਠੀਕ ਹੈ, ਟ੍ਰਿਪੈਲੈਂਸ। ਅੱਗੇ ਕੁਐਸਚਨ ਹੈ ਮੋਰਾਕੋ ਸੰਕਟ ਕੀ ਹੈ। ਮੋਰਾਕੋ ਸੰਕਟ ਜਾਂ ਇਹਨੂੰ ਕਹਿੰਦੇ ਨੇ ਅਗਾਦਿਰ ਸੰਕਟ 1911 ਦੇ ਵਿੱਚ। ਮੋਰਾਕੋ ਜਿਹੜੇ ਕਿ ਅਫਰੀਕਾ ਦੇ ਉੱਤਰ ਪੱਛਮ ਦੇ ਵਿੱਚ ਇੱਕ ਛੋਟਾ ਜਿਹਾ ਮੁਸਲਿਮ ਰਾਜ ਸੀ ਜਿਹਦੇ ਵਿੱਚ ਵੱਖ-ਵੱਖ ਯੂਰਪੀਅਨ ਜਾਤੀਆਂ ਦੇ ਜਿਹੜੇ ਕਿ ਲੋਕ ਰਹਿੰਦੇ ਸੀ। ਤੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਸੁਲਤਾਨ ਦੀ ਕਮਜ਼ੋਰੀ ਦੇ ਕਾਰਨ ਜਿਹੜੇ ਕਿ ਵਿਦਰੋਹ ਹੁੰਦੇ ਰਹੇ। ਤੇ ਇਸ ਵਿਦਰੋਹ ਦੇ ਜਿਹੜੇ ਕਿ ਲਾਭ ਉਠਾ ਕੇ ਜਰਮਨੀ, ਫਰਾਂਸ, ਇੰਗਲੈਂਡ, ਸਪੇਨ ਅਤੇ ਇਟਲੀ ਉਸ ਉੱਤੇ ਅਧਿਕਾਰ ਕਰਨ ਦੀ ਜਿਹੜੀ ਕਿ ਯੋਜਨਾ ਬਣਾਉਣ ਲੱਗੇ। ਤਾਂ ਭਾਵ ਕਿ ਮੋਰਾਕੋ ਤੇ ਜਿਹੜੇ ਕਿ ਇਹਨਾਂ ਸਾਰਿਆਂ ਨੇ ਜਿਹੜੇ ਕਿ ਅਧਿਕਾਰਨ ਕਰਨ ਬਾਰੇ ਜਿਹੜੀ ਕਿ ਆਪਣੀ ਪਲੈਨਿੰਗ ਕੀਤੀ। ਤਾਂ ਫਰਾਂਸ ਨੇ ਇੰਗਲੈਂਡ, ਸਪੇਨ, ਇਟਲੀ ਦੀਆਂ ਸਰਕਾਰਾਂ ਦੇ ਨਾਲ ਗੁਪਤ ਸਮਝੌਤੇ ਕਰਕੇ ਮੋਰਾਕੋ ਦੇ ਬਾਰੇ ਵਿੱਚ ਜਿਹੜੇ ਕਿ ਉਹਨਾਂ ਦਾ ਸਮਰਥਨ ਪ੍ਰਾਪਤ ਕੀਤਾ। ਤੇ ਜਦ ਜਰਮਨੀ ਨੂੰ ਇਹ ਸਮਝੌਤੇ ਦੇ ਬਾਰੇ ਵਿੱਚ ਪਤਾ ਲੱਗਾ ਤਾਂ ਉਹ ਵੀ ਹੈਰਾਨ ਰਹਿ ਗਿਆ। ਤਾਂ ਉਸਨੇ ਫਰਾਂਸ ਨੂੰ ਨੀਵਾਂ ਦਿਖਾਉਣ ਦੇ ਲਈ 1905 ਈਸਵੀ ਦੇ ਵਿੱਚ ਇਹ ਘੋਸ਼ਣਾ ਕੀਤੀ ਕਿ ਮੋਰਾਕੋ ਇੱਕ ਸੁਤੰਤਰ ਰਾਜ ਹੈ ਤੇ ਜਰਮਨੀ ਦੀ ਸਰਕਾਰ ਉਸ ਦੀ ਸੁਤੰਤਰਤਾ ਤੇ ਅਖੰਡਤਾ ਬਣਾਈ ਰੱਖਣ ਦੇ ਲਈ ਸੁਲਤਾਨ ਨੂੰ ਸਹਾਇਤਾ ਦੇਊਗੀ। ਤਾਂ ਮੋਰਾਕੋ ਦੇ ਪ੍ਰਸ਼ਨ ਨੂੰ ਲੈ ਕੇ ਜਰਮਨੀ ਤੇ ਫਰਾਂਸ ਦੇ ਸੰਬੰਧਾਂ ਦੇ ਵਿੱਚ ਕੌੜਾਪਨ ਆ ਗਿਆ ਭਾਵ ਕਿ ਦੋਨੋਂ ਧਿਰਾਂ ਦੇ ਵਿਚਕਾਰ ਜਿਹੜੇ ਕਿ ਕੌੜਾਪਨ ਆ ਗਿਆ ਜਰਮਨੀ ਤੇ ਫਰਾਂਸ ਦੇ ਵਿੱਚ। ਤੇ ਯੁੱਧ ਕਿਸੇ ਵੀ ਸਮੇਂ ਸ਼ੁਰੂ ਹੋ ਸਕਦਾ ਸੀ ਪਰੰਤੂ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਸੀ ਰੂਜ਼ਵੈਲਟ ਉਹਦੇ ਯਤਨਾਂ ਨਾਲ ਇਹ ਸੰਕਟ ਆ ਜਿਹੜੇ ਕਿ ਟਲ ਗਿਆ। ਤੇ 1911 ਈਸਵੀ ਦੇ ਵਿੱਚ ਜਦ ਫਰਾਂਸ ਨੇ ਮੋਰਾਕੋ ਦੀ ਰਾਜਧਾਨੀ ਫੈਜ਼ ਤੇ ਕਬਜ਼ਾ ਕਰ ਲਿਆ ਤਾਂ ਇਹ ਸੰਕਟ ਫਿਰ ਦੁਬਾਰਾ ਤੋਂ ਸ਼ੁਰੂ ਹੋ ਗਿਆ। ਤਾਂ ਜਰਮਨੀ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਤੇ ਮੋਰਾਕੋ ਦੇ ਵਿੱਚ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਉਸਦੀ ਪ੍ਰਸਿੱਧ ਬੰਦਰਗਾਹ ਅਗਾਦੀਰ ਤੇ ਕਬਜ਼ਾ ਕਰ ਲਿਆ।
ਜਰਮਨੀ ਨੇ ਜਿਹੜੇ ਕਿ ਇਸ 'ਤੇ ਅਧਿਕਾਰ ਕਰ ਲਿਆ। ਤਾਂ ਫਰਾਂਸ ਨੇ ਜਰਮਨੀ ਨੂੰ ਕਾਂਗੋ ਦੇ ਕੁਝ ਪ੍ਰਦੇਸ਼ ਦੇ ਕੇ ਉਹਨੂੰ ਸੰਤੁਸ਼ਟ ਕੀਤਾ ਅਤੇ ਮੋਰੋਕੋ ਦੇ ਕਾਰਨ ਚਾਹੇ ਯੁੱਧ ਦਾ ਸੰਕਟ ਤਾਂ ਟਲ ਗਿਆ, ਪਰੰਤੂ ਅੰਤਰਰਾਸ਼ਟਰੀ ਸੰਬੰਧਾਂ 'ਤੇ ਇਸ ਦਾ ਜਿਹੜਾ ਕਿ ਬਹੁਤ ਜ਼ਿਆਦਾ ਪ੍ਰਭਾਵ ਪਿਆ। ਅੱਗੇ ਹੈ ਪਹਿਲੇ ਵਿਸ਼ਵ ਯੁੱਧ ਦੇ ਕਾਰਨ। ਪਹਿਲਾ ਵਿਸ਼ਵ ਯੁੱਧ 1914 ਦੇ ਵਿੱਚ ਸ਼ੁਰੂ ਹੋਇਆ ਅਤੇ 1918 ਤੱਕ ਚੱਲਿਆ। ਅਤੇ ਇਸ ਯੁੱਧ ਦੇ ਕਾਰਨ ਇਸ ਤਰ੍ਹਾਂ ਨੇ, ਪਹਿਲਾਂ ਕੀ ਹੈ, ਯੂਰਪ ਦਾ ਹਰੇਕ ਦੇਸ਼ ਆਪਣੇ ਸਾਮਰਾਜ ਦਾ ਵੱਧ ਤੋਂ ਵੱਧ ਵਿਸਥਾਰ ਕਰਨਾ ਚਾਹੁੰਦਾ ਸੀ, ਜਿਸ ਕਰਕੇ ਜਿਹੜੇ ਕਿ ਯੁੱਧ ਹੋਣਾ ਲਾਜ਼ਮੀ ਸੀ। ਦੂਜਾ, ਯੂਰਪ ਦਾ ਹਰੇਕ ਦੇਸ਼ ਆਪਣੀ ਸੈਨਿਕ ਸ਼ਕਤੀ ਵਧਾਉਣ ਦੇ ਵਿੱਚ ਲੱਗਿਆ ਹੋਇਆ ਸੀ ਅਤੇ ਉਹ ਕਿਸੇ ਵੀ ਜਿਹੜੇ ਕਿ ਸਭ ਕੁਝ, ਇਹ ਸਾਰਾ ਕੁਝ ਕਿਸੇ ਯੁੱਧ ਦੀ ਤਿਆਰੀ ਦੇ ਲਈ ਕੀਤਾ ਜਾ ਰਿਹਾ ਸੀ। ਥਰਡ, ਉਸ ਸਮੇਂ ਦੇ ਅਖਬਾਰਾਂ ਦੇ ਵਿੱਚ ਆਪਣੇ ਦੇਸ਼ ਦੇ ਹਿੱਤ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਕਿ ਖਬਰਾਂ ਛਾਪੀਆਂ ਜਾਂਦੀਆਂ ਸੀ ਅਤੇ ਦੂਜੇ ਦੇਸ਼ਾਂ ਵਿਰੁੱਧ ਖੁੱਲ੍ਹ ਕੇ ਜਿਹੜੇ ਕਿ ਦੂਜੇ ਦੇਸ਼ਾਂ ਵਿਰੁੱਧ ਜਿਹੜੇ ਕਿ ਪ੍ਰਚਾਰ ਕੀਤਾ ਜਾਣਾ ਸੀ। ਫੋਰਥ ਹੈ, ਪਹਿਲੇ ਵਿਸ਼ਵ ਯੁੱਧ ਦੇ ਲਈ ਜਿਹੜੇ ਕਿ ਮੈਦਾਨ ਤਿਆਰ ਕਰਨ ਦੇ ਵਿੱਚ ਜਰਮਨੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਉਸਨੇ ਫਰਾਂਸ ਦੇ 2 ਮਹੱਤਵਪੂਰਨ ਜਿਹੜੇ ਪ੍ਰਦੇਸ਼ ਸੀ, ਐਲਸੇਸ ਅਤੇ ਲੋਰੇਨ, ਇਹਨਾਂ 'ਤੇ ਕਬਜ਼ਾ ਕਰ ਲਿਆ ਅਤੇ ਫਰਾਂਸ ਇਹ ਪ੍ਰਦੇਸ਼ ਜਿਹੜੇ ਕਿ ਜਰਮਨੀ ਤੋਂ ਵਾਪਸ ਲੈਣਾ ਚਾਹੁੰਦਾ ਸੀ। ਭਾਵ ਕਿ ਫਰਾਂਸ ਦੇ ਜਿਹੜੇ 2 ਮਹੱਤਵਪੂਰਨ ਪ੍ਰਦੇਸ਼ ਸੀ, ਇਹਨਾਂ 'ਤੇ ਜਿਹੜੇ ਕਿ ਕਬਜ਼ਾ ਕਰ ਲਿਆ ਜਿਹੜੇ ਕਿ ਜਰਮਨੀ ਨੇ। ਤਾਂ ਫਰਾਂਸ ਇਹ ਜਰਮਨੀ ਤੋਂ ਵਾਪਸ ਲੈਣਾ ਚਾਹੁੰਦਾ ਸੀ, ਜਿਸ ਕਰਕੇ ਯੁੱਧ ਹੋਇਆ। ਅਤੇ ਪੰਜਵਾਂ, ਜਿਹੜੇ ਕਿ 28 ਜਨਵਰੀ 1914 ਈਸਵੀ ਦੇ ਵਿੱਚ ਇਹ ਜਿਹੜਾ ਤਤਕਾਲੀ ਕਾਰਨ ਸੀ। 1914 ਈਸਵੀ ਵਿੱਚ ਆਸਟਰੀਆ ਦਾ ਰਾਜਕੁਮਾਰ ਆਰਕ ਡਿਊਕ ਫਰਡੀਨੈਂਡ ਅਤੇ ਉਹਦੀ ਪਤਨੀ ਨੂੰ ਬੋਸਨੀਆ ਦੀ ਜਿਹੜੀ ਰਾਜਧਾਨੀ ਸੀ ਸੈਰਾਜੋਵਾ ਦੇ ਵਿੱਚ ਕਤਲ ਕਰ ਦਿੱਤਾ ਗਿਆ। ਅਤੇ ਆਸਟਰੀਆ ਨੇ ਇਸ ਦਾ ਦੋਸ਼ ਹੈ ਜਿਹੜੇ ਕਿ ਸਰਬੀਆ 'ਤੇ ਲਗਾਇਆ। ਅਤੇ 28 ਜੁਲਾਈ 1914 ਈਸਵੀ ਦੇ ਦਿਨ ਯੂਰਪ ਦੇ ਵਿੱਚ ਯੁੱਧ ਲਈ 71 ਜਿਹੜੇ ਵਿਰੋਧ ਦੇ ਵਿੱਚ ਇੱਕ ਭਿਅੰਕਰ ਵਿਸਫੋਟ ਹੋਇਆ ਅਤੇ ਯੁੱਧ ਸ਼ੁਰੂ ਹੋ ਗਿਆ। ਅੱਗੇ ਫਿਫਥ ਹੈ, ਕਿਸ ਢੰਗ ਦੇ ਨਾਲ ਸਾਮਰਾਜਵਾਦ ਪਹਿਲੇ ਵਿਸ਼ਵ ਯੁੱਧ ਦਾ ਕਾਰਨ ਬਣਿਆ। ਸਾਮਰਾਜਵਾਦ, ਰਾਸ਼ਟਰੀਅਤਾ ਦੀ ਭਾਵਨਾ ਦੇ ਨਾਲ ਨਾਲ ਸਾਮਰਾਜਵਾਦ ਦੇ ਪ੍ਰਸਾਰ ਨੇ ਵੀ ਪਹਿਲੇ ਵਿਸ਼ਵ ਯੁੱਧ ਲਈ ਜਿਹੜੇ ਕਿ ਇੱਕ ਕੱਚੇ ਮਾਲ ਦੇ ਲਈ ਜਿਵੇਂ ਬਰੂਦ ਹੁੰਦਾ ਉਹਦਾ ਜਿਹੜੇ ਕਿ ਸ਼ੁਰੂ ਕੀਤਾ। ਯੂਰਪੀਅਨ ਰਾਸ਼ਟਰਾਂ ਨੇ ਉਦਯੋਗਿਕ ਵਿਕਾਸ ਦੇ ਕਾਰਨ ਹਰੇਕ ਦੇਸ਼ ਨੂੰ ਕੱਚੇ ਮਾਲ ਦੀ ਪ੍ਰਾਪਤੀ ਲਈ ਨਵੇਂ ਦੇਸ਼ਾਂ ਦੀ ਅਤੇ ਤਿਆਰ ਮਾਲ ਦੀ ਵਿਕਰੀ ਦੇ ਲਈ ਨਵੀਂ ਮੰਡੀਆਂ ਦੀ ਜ਼ਰੂਰਤ ਹੋਈ। ਭਾਵ ਕਿ ਜਿਹੜੇ ਯੂਰਪੀਅਨ ਰਾਸ਼ਟਰ ਸੀ, ਉਹਨਾਂ ਦੇ ਉਦਯੋਗਿਕ ਵਿਕਾਸ ਦੇ ਕਾਰਨ ਹਰੇਕ ਰਾਸ਼ਟਰ ਨੂੰ ਆਪਣੇ ਕੱਚੇ ਮਾਲ ਦੀ ਪ੍ਰਾਪਤੀ ਲਈ ਕੁਝ ਇਲਾਕੇ ਚਾਹੀਦੇ ਸੀ। ਜਿਹੜਾ ਤਿਆਰ ਮਾਲ ਹੁੰਦਾ ਸੀ ਉਹਨੂੰ ਜਿੱਥੇ ਵੇਚਿਆ ਜਾਵੇ ਉਹਦੇ ਲਈ ਨਵੀਆਂ ਮੰਡੀਆਂ ਦੀ ਜ਼ਰੂਰਤ ਨੂੰ ਅਨੁਭਵ ਹੋਈ। ਅਤੇ ਦੂਜਾ, ਯੂਰਪ ਦੇ ਰਾਸ਼ਟਰਾਂ ਦੀ ਜਨਸੰਖਿਆ ਵੀ ਲਗਾਤਾਰ ਵੱਧਦੀ ਜਾ ਰਹੀ ਸੀ ਅਤੇ ਇਹਦੇ ਵਿਸਥਾਰ ਦੇ ਕਰਕੇ ਜਨਸੰਖਿਆ ਨੂੰ ਵਸਾਉਣ ਦੇ ਲਈ ਨਵੇਂ ਪ੍ਰਦੇਸ਼ਾਂ ਦੀ ਲੋੜ ਸੀ, ਜਿਸ ਕਰਕੇ ਸਾਰੇ ਜਿਹੜੇ ਕਿ ਸਾਮਰਾਜਵਾਦੀ ਨੀਤੀ ਨੂੰ ਅਪਣਾ ਰਹੇ ਸੀ। ਅਤੇ ਇਸ ਲਈ ਹਰੇਕ ਰਾਸ਼ਟਰ ਆਪਣਾ ਸਾਮਰਾਜ ਦਾ ਵਿਸਥਾਰ ਕਰਨ ਲਈ ਏਸ਼ੀਆ, ਅਫਰੀਕਾ ਦੇ ਪਿਛੜੇ ਪ੍ਰਦੇਸ਼ਾਂ 'ਤੇ ਜਿਹੜੇ ਕਿ ਟੁੱਟ ਪਏ, ਭਾਵ ਕਿ ਉਹਨਾਂ ਨੂੰ ਜਿੱਤਣ ਦੇ ਵਿੱਚ ਲੱਗ ਗਏ। ਅਤੇ ਜਲਦੀ ਹੀ ਉੱਥੋਂ ਦੇ ਵਧੇਰੇ ਪ੍ਰਦੇਸ਼ਾਂ 'ਤੇ ਯੂਰਪੀਅਨ ਰਾਸ਼ਟਰਾਂ ਦਾ ਝੰਡਾ ਲਹਿਰਾਉਣ ਲੱਗਿਆ ਅਤੇ ਹੌਲੀ ਹੌਲੀ ਇਹਨਾਂ ਰਾਸ਼ਟਰਾਂ ਵਿੱਚ ਇੱਕ ਦੂਜੇ ਦੇ ਪ੍ਰਦੇਸ਼ਾਂ 'ਤੇ ਕਬਜ਼ਾ ਕਰਨ ਦੀ ਜਿਹੜੀ ਕਿ ਹੋੜ ਉਹ ਸ਼ੁਰੂ ਹੋ ਗਈ ਅਤੇ ਜਿਸ ਕਰਕੇ ਪਹਿਲਾ ਵਿਸ਼ਵ ਯੁੱਧ ਹੋ ਗਿਆ। ਅੱਗੇ ਹੈ 6ਵਾਂ ਕੁਐਸਚਨ, ਤਤਕਾਲੀ ਕਾਰਨ ਮੈਂ ਤੁਹਾਨੂੰ ਦੱਸੇ ਦਿੱਤਾ ਸੀ ਆਰਕਡਿਊਕ ਫਰਡੀਨੈਂਡ ਵਾਲਾ। ਹਾਂਜੀ, ਅਲੱਗ-ਅਲੱਗ ਕਾਰਨਾਂ ਦੇ ਨਾਲ ਯੂਰਪ ਦੇ ਵਿੱਚ ਮਹਾ ਯੁੱਧ ਆ ਜਿਹੜੇ ਕਿ ਵਿਰੋਧ ਕਾਫੀ ਮਾਤਰਾ ਦੇ ਵਿੱਚ ਇਕੱਠਾ ਹੋ ਗਿਆ ਸੀ, ਭਾਵ ਕਿ ਕਾਫੀ ਰੀਜ਼ਨ ਹੋ ਗਏ ਸੀ। ਤਾਂ ਹੁਣ ਜਿਹੜੇ ਕਿ ਜ਼ਰੂਰਤ ਸੀ ਕਿ ਉਹ ਜਿਹੜਾ ਕਿ ਵਿਰੋਧ ਇਕੱਠਾ ਹੋਇਆ ਉਹਦੇ ਧਮਾਕਾ ਹੋਣ ਦੀ, ਤਾਂ ਇਹਦੇ ਵਿੱਚ ਸਭ ਤੋਂ ਤਤਕਾਲੀ ਕਾਰਨ ਹੋਇਆ ਆਰਕਡਿਊਕ ਫਰਡੀਨੈਂਡ ਵਾਲਾ। ਤਾਂ ਇਹ ਕੀ ਸੀ ਕਿ ਸੈਰਾਜੋਵਾ ਦੇ ਹੱਤਿਆਕਾਂਡ ਨੇ ਜਿਹੜੇ ਕਿ ਇਸ ਚੀਜ਼ ਨੂੰ ਜਿਹੜਾ ਤਤਕਾਲੀ ਕਾਰਨ ਬਣਿਆ ਪਹਿਲੇ ਵਿਸ਼ਵ ਯੁੱਧ ਦਾ। ਇਹ ਕੀ ਸੀ ਕਿ ਹੱਤਿਆਕਾਂਡ ਆ ਜਿਹੜੇ ਕਿ 28 ਜੂਨ 1914 ਈਸਵੀ ਦੇ ਦਿਨ ਵਿੱਚ ਹੋਇਆ। ਇਸ ਦਿਨ ਆਸਟਰੀਆ ਦਾ ਜਿਹੜਾ ਰਾਜਕੁਮਾਰ ਸੀ ਆਰਕਡਿਊਕ ਫਰਡੀਨੈਂਡ ਅਤੇ ਉਸਦੀ ਪਤਨੀ, ਉਹਨਾਂ ਦਾ ਕੁਝ ਲੋਕਾਂ ਦੁਆਰਾ ਬੋਸਨੀਆ ਦੀ ਜਿਹੜੀ ਰਾਜਧਾਨੀ ਸੀ ਸੈਰਾਜੋਵਾ, ਉੱਥੇ ਜਿਹੜਾ ਕਿ ਕਤਲ ਕੀਤਾ ਗਿਆ। ਤਾਂ ਆਸਟਰੀਆ ਨੇ ਇਸ ਦੇ ਲਈ ਜਿਹੜੇ ਕਿ ਸਰਬੀਆ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਤਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਕਿ ਸੰਬੰਧ ਸੀ ਉਹ ਪਹਿਲਾਂ ਹੀ ਖਰਾਬ ਸੀ ਅਤੇ ਇਸ ਘਟਨਾ ਨੇ ਹੋਰ ਜਿਹੜੇ ਕਿ ਬਲਦੀ ਹੋਈ ਅੱਗ 'ਤੇ ਤੇਲ ਦਾ ਕੰਮ ਕੀਤਾ। ਤਾਂ ਜਿਹਦੇ ਨਾਲ ਜਿਹੜੀ ਕਿ 28 ਜੁਲਾਈ ਫਿਰ 1914 ਈਸਵੀ ਦੇ ਵਿੱਚ ਜਿਹੜੇ ਕਿ 1 ਮਹੀਨੇ ਬਾਅਦ 28 ਜੂਨ ਨੂੰ ਤਾਂ ਜਿਹੜੇ ਕਿ ਇਹ ਘਟਨਾ ਵਾਪਰੀ। ਇਸ ਘਟਨਾ ਤੋਂ 1 ਮਹੀਨੇ ਬਾਅਦ 28 ਜੁਲਾਈ 1914 ਨੂੰ ਜਿਹੜੇ ਕਿ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਪਹਿਲੇ ਵਿਸ਼ਵ ਯੁੱਧ ਦੇ ਸਿੱਟੇ, ਨਤੀਜੇ ਅਤੇ ਮਹੱਤਵ ਇੱਕੋ ਗੱਲ ਹੁੰਦੀ ਹੈ। ਪਹਿਲਾਂ ਕੀ ਹੋਇਆ, ਜਾਨ ਮਾਲ ਦੀ ਹਾਨੀ ਹੋਈ ਬਹੁਤ ਜ਼ਿਆਦਾ। ਇਹਦੇ ਵਿੱਚ ਇਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਲਗਭਗ 1.5 ਕਰੋੜ ਵਿਅਕਤੀ ਮਾਰੇ ਗਏ ਅਤੇ 2 ਕਰੋੜ ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਤੇ ਨਾਲ ਦੀ ਨਾਲ ਯੁੱਧਾਂ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਜਿਹੜੇ ਕਿ 20 ਅਰਬ ਡਾਲਰ ਖਰਚ ਹੋਏ ਅਤੇ ਲਗਭਗ ਇੰਨੇ ਜਿਹੜੇ ਕਿ ਦੋਨੋਂ, ਭਾਵ ਕਿ ਆਪਾਂ ਕਹਿ ਸਕਦੇ ਕਿ ਜਾਨ ਮਾਲ ਦੋਨਾਂ ਦੀ ਹਾਨੀ ਹੋਈ। ਲੋਕਤੰਤਰ ਦੀ ਜਿੱਤ ਹੋਈ, ਇਹਦੇ ਵਿੱਚ ਲੋਕਤੰਤਰ ਦੀ ਭਾਵਨਾ ਦਾ ਵਿਕਾਸ ਹੋਇਆ। ਰੂਸ, ਜਰਮਨੀ, ਤੁਰਕੀ ਦੇ ਜਿਹੜੇ ਪੁਰਾਣੇ ਰਾਜਵੰਸ਼ ਸੀ ਉਹਨਾਂ ਦਾ ਅੰਤ ਹੋ ਗਿਆ ਅਤੇ ਉੱਥੇ ਲੋਕਤੰਤਰ ਦੀ ਸਥਾਪਨਾ ਹੋ ਗਈ।
ਤਾਨਾਸ਼ਾਹੀ ਦਾ ਜਨਮ ਹੋ ਗਿਆ। ਪਹਿਲੇ ਵਿਸ਼ਵ ਯੁੱਧ ਮਗਰੋਂ ਕਈ ਦੇਸ਼ਾਂ ਦੇ ਵਿੱਚ ਲੋਕਤੰਤਰ ਕਾਇਮ ਹੋਇਆ, ਬਟ ਉੱਥੋਂ ਦੇ ਜਿਹੜੇ ਕਿ ਸਰਕਾਰਾਂ ਸਫਲ ਹੋਈਆਂ ਤੇ ਉੱਥੇ ਤਾਨਾਸ਼ਾਹੀ ਦਾ ਵੀ ਜਨਮ ਹੋਇਆ। ਤੇ ਇਹਨਾਂ ਤਾਨਾਸ਼ਾਹੀ ਦੇ ਵਿੱਚ ਹਿਟਲਰ, ਮੁਸੋਲਿਨੀ ਤੇ ਜਨਰਲ ਫਰਾਂਕੋ ਦੇ ਨਾਂ ਆਉਂਦੇ ਨੇ। ਅੱਗੇ ਹੈ ਰਾਸ਼ਟਰ ਸੰਘ ਦੀ ਸਥਾਪਨਾ। ਪਹਿਲੇ ਵਿਸ਼ਵ ਯੁੱਧ ਦੇ ਵਿਨਾਸ਼ਕਾਰੀ ਸਿੱਟਿਆਂ ਤੋਂ ਸੰਸਾਰ ਦੇ ਸਾਰੇ ਦੇਸ਼ ਜਿਹੜੇ ਕਿ ਡਰ ਗਏ ਤੇ ਭਵਿੱਖ ਵਿੱਚ ਯੁੱਧ ਨੂੰ ਰੋਕਣ ਦੇ ਲਈ 1945 ਵਿੱਚ ਰਾਸ਼ਟਰ ਸੰਘ ਦੀ ਸਥਾਪਨਾ ਹੋਈ, UNO। ਅੱਗੇ ਹੈ ਵਿਗਿਆਨਿਕ ਪ੍ਰਗਤੀ। ਪਹਿਲੇ ਵਿਸ਼ਵ ਯੁੱਧ ਵਿੱਚ ਅਨੇਕਾਂ ਕਿਸਮ ਦੇ ਭਿਅੰਕਰ ਜਿਹੜੇ ਕਿ ਵੀਪਨਸ ਦੀ ਵਰਤੋਂ ਕੀਤੀ ਗਈ, ਜਿਸ ਨਾਲ ਵਿਗਿਆਨਿਕ ਉੱਨਤੀ ਹੋਈ। ਅੱਗੇ ਹੈ ਨੰਬਰ 8 ਵਰਸਾਏ ਦੀ ਸੰਧੀ। ਹਾਂਜੀ, ਟ੍ਰੀਟੀ ਆਫ ਵਰਸਾਏ। ਵਰਸਾਏ ਦੀ ਸੰਧੀ ਦਾ ਕੀ ਸ਼ਰਤਾਂ ਸੀ? ਇਹ ਹੋਈ ਸੀ 28 ਜੂਨ 1919 ਦੇ ਵਿੱਚ। 28 ਜੂਨ 1919 ਈਸਵੀ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੇ ਨਾਲ ਵਰਸਾਏ ਦੀ ਸੰਧੀ ਹੋਈ 28 ਜੂਨ 1919 ਦੇ ਵਿੱਚ। ਤੇ ਜਰਮਨੀ ਸਰਕਾਰ ਨੂੰ ਹਮਲੇ ਦੀ ਧਮਕੀ ਦੇ ਕੇ ਸੰਧੀ ਉੱਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਤੇ ਸੰਧੀ ਦੇ ਅਨੁਸਾਰ ਜਰਮਨੀ ਤੇ ਉਸਦੇ ਜਿਹੜੇ ਸਹਿਯੋਗੀ ਦੇਸ਼ਾਂ ਨੂੰ ਹਮਲਾ ਕਰਨ ਲਈ ਦੋਸ਼ੀ ਕਰਾਰ ਕੀਤਾ ਗਿਆ। ਠੀਕ ਹੈ, ਵੀ ਜਰਮਨੀ ਤੇ ਉਹਦੇ ਜਿਹੜੇ ਸਹਿਯੋਗੀ ਦੇਸ਼ਾਂ ਨੂੰ ਹਮਲਾ ਕਰਨ ਦੇ ਲਈ ਮਤਲਬ ਕਿ ਉਹਨਾਂ ਨੂੰ ਹੀ ਜਿਹੜੇ ਕਿ ਦੋਸ਼ੀ ਕਰਾਰ ਦਿੱਤਾ ਗਿਆ। ਤੇ ਸੈਕਿੰਡ, ਅਲਸੇਸ ਲੋਰੇਨ ਦੇ ਜਿਹੜੇ ਪ੍ਰਦੇਸ਼ ਸੀ ਉਹ ਫਰਾਂਸ ਨੂੰ ਵਾਪਸ ਕਰ ਦਿੱਤੇ ਗਏ। ਠੀਕ ਹੈ, ਜਿਹੜੇ ਜਰਮਨੀ ਨੇ ਜਿੱਤੇ ਸੀ। ਤੇ ਥਰਡ, ਜਿਨ੍ਹਾਂ ਤੇ ਅਧਿਕਾਰ ਕਰ ਲਿਆ ਸੀ ਜਰਮਨੀ ਨੇ। ਤੇ ਥਰਡ, ਜਰਮਨੀ ਖੇਤਰ ਦੇ ਵਿੱਚ ਸਥਿਤ ਸਾਰ ਨਾਂ ਦੇ ਜਿਹੜੇ ਕਿ ਕੋਇਲੇ ਦੀਆਂ ਖਾਨਾਂ 15 ਸਾਲ ਦੇ ਲਈ ਫਰਾਂਸ ਨੂੰ ਦੇ ਦਿੱਤੀਆਂ ਗਈਆਂ। ਤੇ ਜਰਮਨੀ ਨੂੰ ਆਪਣੇ ਯੁੱਧ ਤੋਂ ਪਹਿਲਾਂ ਦੇ ਕੁਝ ਭਾਗ ਡੈਨਮਾਰਕ, ਬੈਲਜੀਅਮ, ਪੋਲੈਂਡ, ਚੈਕੋਸਲੋਵਾਕੀਆ ਨੂੰ ਦੇਣੇ ਪੈ ਗਏ। ਤੇ ਰਾਈਨ ਨਦੀ, ਫਿਫਥ ਹੈ ਰਾਈਨ ਨਦੀ ਘਾਟੀ ਦੇ ਖੇਤਰ ਨੂੰ ਸੈਨਾ ਰਹਿਤ ਕਰਨ ਦਾ ਫੈਸਲਾ ਲਿਆ ਗਿਆ। ਤੇ 6 ਜਰਮਨੀ ਦੀ ਸੈਨਿਕ ਗਿਣਤੀ 1 ਲੱਖ ਕਰ ਦਿੱਤੀ ਗਈ। ਤੇ ਉਸ ਤੋਂ ਹਵਾਈ ਫੌਜ ਤੇ ਪਣਡੁੱਬੀਆਂ ਰੱਖਣ ਦਾ ਅਧਿਕਾਰ ਖੋਹ ਲਿਆ ਗਿਆ। ਤੇ 7th ਹੈ ਜੇਤੂ ਰਾਸ਼ਟਰਾਂ ਨੇ ਜਰਮਨੀ ਤੋਂ ਉਸ ਦੀਆਂ ਬਹੁਤ ਸਾਰੀਆਂ ਬਸਤੀਆਂ ਖੋਹ ਲਈਆਂ। ਅੱਗੇ ਹੈ ਸੇਵਰੇਜ ਦੀ ਸੰਧੀ। ਹਾਂਜੀ, ਸੇਵਰੇਜ ਦੀ ਸੰਧੀ ਇਹ ਹੋਈ ਸੀ 10 ਅਗਸਤ 1920 ਈਸਵੀ ਦੇ ਵਿੱਚ ਤੁਰਕੀ ਨਾਲ। ਇਸ ਸੰਧੀ ਦੇ ਅਨੁਸਾਰ ਸੀਰੀਆ, ਪੈਲੇਸਟਾਈਨ, ਮੈਸੋਪੋਟਾਮੀਆ, ਜਾਰਡਨ ਦੇ ਪ੍ਰਦੇਸ਼ ਤੁਰਕੀ ਤੋਂ ਲੈ ਕੇ ਜਿਹੜੇ ਕਿ ਰਾਸ਼ਟਰ ਸੰਘ ਦੇ ਅਧੀਨ ਕੀਤੇ ਗਏ। ਤੇ ਯੂਨਾਨ ਨੂੰ ਐਂਡਰੀਆਨੋਪਲ, ਗਲੀਪੋਲੀ ਤੇ ਏਸ਼ੀਆ ਮਾਈਨਰ ਦਾ ਕੁਝ ਇਲਾਕਾ ਦਿੱਤਾ ਗਿਆ। ਤੁਰਕੀ ਨੇ ਮਿਸਰ ਉੱਤੇ ਇੰਗਲੈਂਡ ਦਾ ਅਧਿਕਾਰ ਮੰਨ ਲਿਆ। ਤੇ ਤੁਰਕੀ ਨੇ ਆਰਮੀਨੀਅਨ ਦੀ ਸੁਤੰਤਰਤਾ ਨੂੰ ਸਵੀਕਾਰ ਕੀਤਾ। ਤੇ ਤੁਰਕੀ ਦੀ ਸੈਨਾ ਦੀ ਸੰਖਿਆ ਘਟਾ ਕੇ 50,000 ਨਿਸ਼ਚਿਤ ਕੀਤੀ ਗਈ। ਤੇ ਤੁਰਕੀ ਨੇ ਹਰਜਾਨਾ ਦੇਣਾ ਵੀ ਸਵੀਕਾਰ ਕੀਤਾ। ਅੱਗੇ ਹੈ ਸਪੇਨ ਦੇ ਵਿੱਚ ਤਾਨਾਸ਼ਾਹੀ। ਨੰਬਰ 10 ਕੁਐਸਚਨ। ਇਹਦੇ ਵਿੱਚ ਸਪੇਨ ਦੇ ਵਿੱਚ ਫਰਵਰੀ 1936 ਈਸਵੀ ਵਿੱਚ ਚੋਣਾਂ ਹੋਈਆਂ। ਤੇ ਇਹਨਾਂ ਚੋਣਾਂ ਦੇ ਵਿੱਚ ਜਨ ਮੋਰਚਾ ਗਣਤੰਤਰਵਾਦੀ ਦੀ ਜਿੱਤ ਹੋਈ। ਤੇ ਇਹ ਪਾਰਟੀ ਸੀ ਫਾਂਸੀਵਾਦੀ ਵਿਰੋਧੀ ਸੀ। ਤੇ ਜੁਲਾਈ 1936 ਈਸਵੀ ਵਿੱਚ ਜਨਰਲ ਫਰੈਂਕੋ ਦੀ ਅਗਵਾਈ ਹੇਠ ਸੈਨਾ ਨੇ ਵਿਦਰੋਹ ਕੀਤਾ। ਤੇ ਇਸ ਦੇ ਕਾਰਨ ਸਪੇਨ ਦੇ ਵਿੱਚ ਜਿਹੜੇ ਕਿ ਗ੍ਰਹਿ ਯੁੱਧ ਸ਼ੁਰੂ ਹੋ ਗਿਆ। ਤੇ ਇਸ ਯੁੱਧ ਦੇ ਵਿੱਚ ਹਿਟਲਰ, ਮੁਸੋਲਿਨੀ ਨੇ ਜਨਰਲ ਫਰੈਂਕੋ ਨੂੰ ਆਪਣਾ ਪੂਰਾ ਸਾਥ ਦਿੱਤਾ। ਤੇ ਜਿਸ ਦੇ ਕਾਰਨ ਜਨਰਲ ਫਰੈਂਕੋ ਨੇ ਸਪੇਨ ਦੇ ਵਿੱਚ 1939 ਦੇ ਵਿੱਚ ਆਪਣੀ ਤਾਨਾਸ਼ਾਹੀ ਸਥਾਪਿਤ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ। ਤੇ ਉਸਦਾ ਸ਼ਾਸਨ ਦੂਜੇ ਵਿਸ਼ਵ ਯੁੱਧ ਦਾ ਕਾਰਨ ਬਣਿਆ। ਅੱਗੇ ਹੈ ਨੰਬਰ 11 ਤੁਸ਼ਟੀਕਰਨ ਦੀ ਨੀਤੀ ਕੀ ਸੀ? ਹਾਂਜੀ, ਪੱਛਮੀ ਦੇਸ਼ਾਂ ਦੇ ਦੁਆਰਾ ਅਪਣਾਈ ਗਈ ਜਿਹੜੀ ਤੁਸ਼ਟੀਕਰਨ ਦੀ ਨੀਤੀ ਦੂਜੇ ਵਿਸ਼ਵ ਯੁੱਧ ਦਾ ਕਾਰਨ ਬਣੀ ਆ। 1931 ਈਸਵੀ ਦੇ ਵਿੱਚ ਜਪਾਨ ਨੇ ਮਨਚੂਰੀਆ 'ਤੇ ਕਬਜ਼ਾ ਕਰ ਲਿਆ। ਤਾਂ ਪੱਛਮੀ ਦੇਸ਼ਾਂ ਨੇ ਉਸਦੇ ਵਿਰੋਧ ਕੋਈ ਕਦਮ ਨਾ ਲਿਆ। ਤਾਂ ਜਿਹਦੇ ਨਾਲ ਇਟਲੀ, ਜਰਮਨੀ ਨੂੰ ਆਪਣੀ ਸਾਮਰਾਜੀ ਨੀਤੀ ਨੂੰ ਅਪਣਾਉਣ ਦਾ ਉਤਸ਼ਾਹ ਮਿਲ ਗਿਆ। ਮਤਲਬ ਕਿ ਇਟਲੀ ਤੇ ਜਰਮਨੀ ਨੂੰ ਜਿਹੜੀ ਉਹਨਾਂ ਦੀ ਸਾਮਰਾਜਵਾਦੀ ਨੀਤੀ ਸੀ ਉਹਨੂੰ ਅਪਣਾਉਣ ਦਾ ਉਤਸ਼ਾਹ ਮਿਲ ਗਿਆ। ਤਾਂ 1935 ਈਸਵੀ ਦੇ ਵਿੱਚ ਮੁਸੋਲਿਨੀ ਨੇ ਐਬੀਸੀਨੀਅਨ ਤੇ 1939 ਵਿੱਚ ਅਲਬਾਨੀਆ ਤੇ ਬਿਨਾਂ ਕਿਸੇ ਪੱਛਮੀ ਦੇਸ਼ਾਂ ਦੇ ਵਿਰੋਧ ਦੇ ਵਿੱਚ ਕਬਜ਼ਾ ਕਰ ਲਿਆ। ਮਤਲਬ ਕਿ ਕਿਸੇ ਨੇ ਉਹਦਾ ਵਿਰੋਧ ਨਾ ਕੀਤਾ ਤਾਂ ਉਹਨਾਂ ਨੇ ਕਬਜ਼ਾ ਕਰ ਲਿਆ। ਤਾਂ ਜਰਮਨੀ ਦੇ ਵਿੱਚ ਹਿਟਲਰ ਨੇ ਫਿਰ ਵਰਸਾਏ ਦੀ ਸੰਧੀ ਦੀ ਉਲੰਘਣਾ ਕਰਦੇ ਹੋਏ ਉੱਥੇ ਸੈਨਿਕ ਸੇਵਾ ਸ਼ੁਰੂ ਕਰ ਦਿੱਤੀ। ਤਾਂ 1936 ਵਿੱਚ ਰਾਈਨਲੈਂਡ ਦੀ ਦੁਬਾਰਾ ਕਿਲ੍ਹੇਬੰਦੀ ਸ਼ੁਰੂ ਕਰ ਦਿੱਤੀ ਗਈ। ਤੇ ਇਸੇ ਸਾਲ ਸਪੇਨ ਦੇ ਵਿੱਚ ਗ੍ਰਹਿ ਯੁੱਧ ਸ਼ੁਰੂ ਹੋ ਗਿਆ। ਜਰਮਨੀ, ਇਟਲੀ ਨੇ ਮਿਲ ਕੇ ਜਨਰਲ ਫਰੈਂਕੋ ਨੂੰ ਉੱਥੋਂ ਤਾਨਾਸ਼ਾਹੀ ਸਰਕਾਰ ਸਥਾਪਿਤ ਕਰਨ ਦੇ ਵਿੱਚ ਜਿਹੜੀ ਕਿ ਮਦਦ ਕੀਤੀ। ਤਾਂ 1938 ਈਸਵੀ ਦੇ ਵਿੱਚ ਹਿਟਲਰ ਨੇ ਆਸਟਰੀਆ 'ਤੇ ਕਬਜ਼ਾ ਕਰ ਲਿਆ। ਤੇ ਇਸੇ ਸਾਲ ਉਹਨੇ ਚੈਕੋਸਲੋਵਾਕੀਆ ਤੋਂ ਸੁਦੇਨਲੈਂਡ ਦਾ ਪ੍ਰਦੇਸ਼ ਜਿੱਤ ਕਰ ਲਿਆ। ਭਾਵ ਕਿ ਤੁਸ਼ਟੀਕਰਨ ਦੇ ਵਿੱਚ ਕੀ ਸੀ ਵੀ ਇੱਕ ਦੂਜੇ 'ਤੇ ਜਿਹੜੇ ਕਿ ਕਬਜ਼ਾ ਕਰਨ ਵਾਲੀ ਨੀਤੀ ਅਲੱਗ-ਅਲੱਗ ਇਲਾਕਿਆਂ 'ਤੇ। ਤੇ 1939 ਵਿੱਚ ਉਹਨੇ ਪੂਰੇ ਚੈਕੋਸਲੋਵਾਕੀਆ ਨੂੰ ਆਪਣੇ ਅਧੀਨ ਕਰ ਲਿਆ। ਤੇ ਇਸ ਨੀਤੀ ਨੇ ਅਸਲ ਦੇ ਵਿੱਚ ਪੱਛਮੀ ਦੇਸ਼ਾਂ ਨੇ ਹਿਟਲਰ ਤੇ ਮੁਸੋਲਿਨੀ ਦੀ ਸਾਮਰਾਜ ਦੀ ਜਿਹੜੀ ਭੁੱਖ ਸੀ ਉਹਨੂੰ ਹੋਰ ਉਤਸ਼ਾਹਿਤ ਕੀਤਾ। ਤੇ ਉਹ ਹੁਣ ਪੂਰੇ ਵਿਸ਼ਵ ਨੂੰ ਜਿਹੜੇ ਕਿ ਜਿੱਤਣ ਦੀ, ਭਾਵ ਕਿ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਕਰਨ ਦੀ ਯੋਜਨਾ ਬਣਾਉਣ ਲੱਗੇ। ਤੇ ਇਸ ਵਾਤਾਵਰਨ ਦੇ ਵਿੱਚ ਦੂਜੇ ਵਿਸ਼ਵ ਯੁੱਧ ਨੂੰ ਫਿਰ ਨਹੀਂ ਟਾਲਿਆ ਜਾ ਸਕਿਆ। ਭਾਵ ਕਿ ਵੀ ਤੁਸ਼ਟੀਕਰਨ ਦੀ ਨੀਤੀ ਵੀ ਜਿਹੜੀ ਦੂਜੇ ਵਿਸ਼ਵ ਯੁੱਧ ਦਾ ਕਾਰਨ ਬਣ ਗਈ। ਅੱਗੇ ਹੈ ਨੰਬਰ 12 ਕੁਐਸਚਨ। ਹਿਟਲਰ ਦੇ ਪੋਲੈਂਡ ਦਾ ਹਮਲਾ ਜਾਂ ਦੂਜੇ ਵਿਸ਼ਵ ਯੁੱਧ ਦਾ ਕਾਰਨ ਕੀ ਸੀ ਤਤਕਾਲੀ?
ਜਿਵੇਂ ਫਸਟ ਵਾਲੇ ਸੀ ਆਰਕਡਿਊਕ ਫਰਡੀਨੈਂਡ ਦੀ ਹੱਤਿਆ ਵਾਲਾ ਸੀ ਨਾ, ਇਹਦਾ ਕਾਰਨ ਕੀ ਸੀ ਦੂਜੇ ਵਿਸ਼ਵ ਯੁੱਧ ਦਾ ਕਾਰਨ? ਤਤਕਾਲੀ ਹਿਟਲਰ ਆਪਣੀ ਜਲ ਸੈਨਾ ਦਾ ਜਿਹੜੇ ਕਿ ਵਿਕਾਸ ਕਰ ਚੁੱਕਿਆ ਸੀ, ਪਰੰਤੂ ਬਾਲਟਿਕ ਸਾਗਰ ਤੱਕ ਪਹੁੰਚਣ ਦੇ ਲਈ ਉਹਨੂੰ ਕੋਈ ਰਸਤਾ ਨਹੀਂ ਸੀ। ਤਾਂ ਉਸਨੇ ਫਿਰ ਪੋਲੈਂਡ ਤੋਂ ਮੰਗ ਕੀਤੀ ਕਿ ਉਹ ਡੈਜ਼ਿੰਗ ਦੀ ਬੰਦਰਗਾਹ ਤੇ ਉਸ ਉੱਤੇ ਪਹੁੰਚਣ ਲਈ ਜਰਮਨੀ ਨੂੰ ਰਸਤਾ ਦੇਵੇ। ਭਾਵ ਕਿ ਹਿਟਲਰ ਨੇ ਜਿਹੜੇ ਕਿ ਮਦਦ ਮੰਗੀ ਪੋਲੈਂਡ ਤੋਂ ਕਿ ਉਹ ਡੈਜ਼ਿੰਗ ਦੀ ਬੰਦਰਗਾਹ ਤੇ ਉਸ ਤੱਕ ਪਹੁੰਚਣ ਲਈ ਜਰਮਨੀ ਨੂੰ ਜਿਹੜੇ ਕਿ ਰਸਤਾ ਦੇਵੇ। ਤੇ ਹਿਟਲਰ ਦੀ ਇਹ ਭੁੱਖ ਦੀ ਜਿਹੜੀ ਕਿ ਸਿਖਰ ਸੀ, ਤੇ ਇੰਗਲੈਂਡ ਤੇ ਫਰਾਂਸ ਦਾ ਜਰਮਨੀ ਪ੍ਰਤੀ ਜਿਹੜੇ ਕਿ ਬਿਹੇਵੀਅਰ ਸੀ ਉਹ ਚੇਂਜ ਹੋ ਚੁੱਕਿਆ ਸੀ। ਤੇ ਇਸ ਲਈ ਉਹਨਾਂ ਨੇ ਪੋਲੈਂਡ ਦੀ ਸਹਾਇਤਾ ਦਾ ਵਚਨ ਦੇ ਕੇ ਸਥਿਤੀ ਦਾ ਸਾਹਮਣਾ ਕਰਨ ਦਾ ਨਿਸ਼ਚੈ ਕੀਤਾ। ਠੀਕ ਹੈ, ਤਾਂ ਇੰਗਲੈਂਡ ਤੇ ਫਰਾਂਸ ਦੇ ਰਵੱਈਏ ਦੇ ਵਿੱਚ ਤਬਦੀਲੀ ਦੇਖ ਕੇ ਜਿਹੜੀ ਕਿ ਪੋਲੈਂਡ ਸਰਕਾਰ ਨੇ ਹਿਟਲਰ ਦੀ ਜਿਹੜੀ ਮੰਗ ਸੀ ਉਹਨੂੰ ਠੁਕਰਾਤਾ। ਤਾਂ 1 ਸਤੰਬਰ 1939 ਈਸਵੀ ਨੂੰ ਹਿਟਲਰ ਨੇ ਆਪਣੀਆਂ ਸੈਨਾਵਾਂ ਨੂੰ ਪੋਲੈਂਡ ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਤੇ ਇੰਗਲੈਂਡ ਤੇ ਫਰਾਂਸ ਨੇ ਫਿਰ ਯੁੱਧ ਰੋਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ, ਤੇ ਉਹਨਾਂ ਨੇ ਜਰਮਨ ਤੋਂ ਮੰਗ ਕੀਤੀ ਕਿ ਉਹ ਆਪਣੀਆਂ ਸੈਨਾਵਾਂ ਪੋਲੈਂਡ ਤੋਂ ਹਟਾਵੇ। ਬਟ ਹਿਟਲਰ ਨੇ ਉਹਦੀ ਜਿਹੜੇ ਕਿ ਉਹਨਾਂ ਦੀ ਨਾ ਸੁਣੀ। ਤਾਂ 3 ਸਤੰਬਰ 1939 ਈਸਵੀ ਨੂੰ ਇੰਗਲੈਂਡ ਤੇ ਫਰਾਂਸ ਨੇ ਜਰਮਨੀ ਦੇ ਵਿਰੁੱਧ ਯੁੱਧ ਦਾ ਐਲਾਨ ਕੀਤਾ। ਇਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਆਰੰਭ ਹੋ ਗਿਆ। ਭਾਵੇਂ ਕਿ ਇਹਦੇ ਵਿੱਚ ਪਹਿਲਾਂ ਜਰਮਨੀ ਨੇ ਜਿਹੜੇ ਕਿ ਕਬਜ਼ਾ ਕੀਤਾ, ਜਰਮਨੀ ਨੇ ਹਮਲਾ ਕੀਤਾ ਪੋਲੈਂਡ ਤੇ। ਤਾਂ ਜਿਹੜੇ ਕਿ ਇੰਗਲੈਂਡ ਤੇ ਫਰਾਂਸ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣਾ ਕਬਜ਼ਾ, ਆਪਣੀ ਸੈਨਾ ਜਿਹੜੀ ਕਿ ਪੋਲੈਂਡ ਤੋਂ ਹਟਾ ਲਵੇ। ਬਟ ਜਿਹੜੇ ਕਿ ਹਿਟਲਰ ਨੇ ਨਾ ਹਟਾਇਆ, ਜਿਸ ਕਰਕੇ ਫਿਰ 3 ਸਤੰਬਰ 1939 ਈਸਵੀ ਵਿੱਚ ਇੰਗਲੈਂਡ ਤੇ ਫਰਾਂਸ ਨੇ ਜਰਮਨੀ ਦੇ ਵਿਰੁੱਧ ਜਿਹੜੇ ਕਿ ਯੁੱਧ ਦਾ ਐਲਾਨ ਕਰਤਾ। ਤੇ ਇਹਦੇ ਨਾਲ ਜਿਹੜੇ ਕਿ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਤੇ ਇਹ ਚੱਲਿਆ ਸੀ 1945 ਤੱਕ। ਅੱਗੇ ਹੈ ਨੰਬਰ 14 ਨੰਬਰ ਕੁਐਸਚਨ, ਰੋਮ ਬਰਲਿਨ ਧੁਰੀ। ਪਹਿਲੇ ਵਿਸ਼ਵ ਯੁੱਧ ਦੀ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਵੀ ਜਿਹੜੀ ਕਿ ਯੂਰਪ ਦੀਆਂ ਦੋ ਵਿਰੋਧੀ ਸੈਨਿਕ ਗੁੱਟਾਂ ਦੇ ਵਿੱਚ ਵੰਡਿਆ ਗਿਆ। ਪਹਿਲੇ ਵਿਸ਼ਵ ਯੁੱਧ ਦੀ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਵੀ ਜਿਹੜੇ ਕਿ ਯੂਰਪ ਦੋ ਸੈਨਿਕ ਗੁੱਟਾਂ ਵਿੱਚ ਵੰਡਿਆ ਹੋਇਆ ਸੀ। ਹਿਟਲਰ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਗੁੱਟਬੰਦੀ ਦਾ ਸਹਾਰਾ ਲਿਆ। ਤਾਂ ਇਟਲੀ ਨੇ ਐਬੀਸੀਨੀਆ ਤੇ ਹਮਲਾ ਕੀਤਾ, ਤੇ ਤਾਂ ਇੰਗਲੈਂਡ ਤੇ ਫਰਾਂਸ ਨੇ ਉਹਦਾ ਵਿਰੋਧ ਕੀਤਾ। ਬਟ ਹਿਟਲਰ ਨੇ ਇਟਲੀ ਨਾਲ ਹਮਦਰਦੀ ਪ੍ਰਗਟ ਕਰਕੇ ਸੈਨਿਕ ਸਹਾਇਤਾ ਦਾ ਵਚਨ ਦੇ ਕੇ ਮੁਸੋਲਿਨੀ ਨੂੰ ਆਪਣੇ ਵੱਲ ਕਰ ਲਿਆ। ਠੀਕ ਹੈ, ਹਿਟਲਰ ਨੇ ਮੁਸੋਲਿਨੀ ਨੂੰ ਆਪਣੇ ਵੱਲ ਕਰ ਲਿਆ। ਤੇ ਇਸ ਤਰ੍ਹਾਂ ਉਹਨਾਂ ਦੇ ਵਿਚਕਾਰ 1936 ਵਿੱਚ ਇੱਕ ਸੰਧੀ ਹੋਈ ਜੋ ਰੋਮ ਬਰਲਿਨ ਧੁਰੀ ਦੇ ਨਾਲ ਪ੍ਰਸਿੱਧ ਆ। ਭਾਵ ਕਿ ਹਿਟਲਰ ਤੇ ਮੁਸੋਲਿਨੀ ਦੇ ਵਿਚਕਾਰ ਹੈ ਜਿਹੜੀ ਕਿ ਇਹ ਸੰਧੀ ਹੋਈ ਸੀ, ਰੋਮ ਬਰਲਿਨ ਧੁਰੀ ਸੰਧੀ। ਜਰਮਨੀ ਤੇ ਇਟਲੀ ਦੇ ਵਿਚਕਾਰ। ਅੱਗੇ ਹੈ ਧੁਰੀ ਸ਼ਕਤੀਆਂ, ਐਕਸਿਸ ਪਾਵਰ। ਹਾਂਜੀ, ਧੁਰੀ ਸ਼ਕਤੀਆਂ ਦਾ ਸੰਬੰਧ ਦੂਜੇ ਵਿਸ਼ਵ ਯੁੱਧ ਨੂੰ ਭੜਕਾਉਣ ਵਾਲੀਆਂ ਤਾਕਤਾਂ ਨਾਲ ਸੀ। ਪਹਿਲੇ ਵਿਸ਼ਵ ਯੁੱਧ ਮਗਰੋਂ ਇਟਲੀ ਤੇ ਜਰਮਨੀ ਦੇ ਵਿੱਚ ਫਾਸਿਸਟ ਸ਼ਕਤੀਆਂ ਉੱਭਰੀਆਂ ਤੇ ਉੱਥੇ ਸੈਨਿਕਵਾਦੀ ਸਰਕਾਰਾਂ ਦੀ ਸਥਾਪਨਾ ਹੋਈ। ਤੇ ਇਹ ਸਰਕਾਰਾਂ ਸਾਮਵਾਦੀਆਂ ਕੱਟੜ ਵਿਰੋਧੀ ਸੀ, ਜਿਸ ਕਰਕੇ ਜਾਪਾਨ ਦੇ ਵਿੱਚ ਵੀ ਸੈਨਿਕਵਾਦੀ ਸਰਕਾਰ ਦੀ ਸਥਾਪਨਾ ਹੋ ਗਈ ਤੇ ਸਾਮਵਾਦ ਦੇ ਵਿਰੁੱਧ ਸੀ। ਭਾਵ ਕਿ ਹੁਣ ਇਹਦੇ ਵਿੱਚ ਇਟਲੀ, ਜਰਮਨੀ ਤੇ ਜਾਪਾਨ। ਤੇ ਇਸ ਸਰਕਾਰ ਦੀ ਸਥਾਪਨਾ ਦੇ ਨਾਲ ਇਟਲੀ ਤੇ ਜਰਮਨੀ ਨੂੰ ਇੱਕ ਹੋਰ ਦੋਸਤ ਮਿਲ ਗਿਆ ਤੇ ਆਪਣੀ ਇੱਕੋ ਜਿਹੇ ਉਦੇਸ਼ਾਂ ਦੇ ਨਾਲ 1937 ਵਿੱਚ ਇਹ ਤਿੰਨੋਂ ਸ਼ਕਤੀਆਂ ਦੇ ਵਿੱਚ ਇੱਕ ਸੂਤਰ ਦੇ ਵਿੱਚ ਬੰਨ੍ਹੀਆਂ ਗਈਆਂ। ਤੇ ਸ਼ਕਤੀਆਂ ਜਿਹੜੀ ਕਿ ਧੁਰੀ ਸ਼ਕਤੀਆਂ ਨਾਲ ਪ੍ਰਸਿੱਧ ਹੋਈਆਂ। ਤੇ ਇਹਨਾਂ ਧੁਰੀ ਸ਼ਕਤੀਆਂ ਇਸ ਲਈ ਕਿਹਾ ਜਾਂਦਾ ਕਿਉਂਕਿ ਇਹੀ ਦੇਸ਼ ਦੂਜੇ ਵਿਸ਼ਵ ਯੁੱਧ ਦੀ ਜਿਹੜੀ ਕਿ ਧੁਰੀ ਦਾ ਆਧਾਰ ਬਣੇ ਨੇ, ਯੁੱਧ ਦੀ ਧੁਰੀ ਜਾਂ ਆਧਾਰ ਬਣੇ ਨੇ, ਜਿਹਦੇ ਵਿੱਚ ਜਰਮਨੀ, ਇਟਲੀ ਤੇ ਜਾਪਾਨ ਸੀ। ਅੱਗੇ ਹੈ ਨੰਬਰ 16 ਕੁਐਸਚਨ, ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਨੇ ਰੂਸ ਤੇ ਕਦੋਂ ਤੇ ਕਿਉਂ ਹਮਲਾ ਕੀਤਾ? ਜਾਂ ਦੂਜੇ ਵਿਸ਼ਵ ਯੁੱਧ ਵਿੱਚ ਸਟਾਲਿਨਗ੍ਰਾਡ ਦੀ ਲੜਾਈ ਦਾ ਮਹੱਤਵ ਦੱਸਣਾ। ਹਾਂਜੀ, 1941 ਵਿੱਚ ਜਰਮਨੀ ਨੇ ਰੂਸ ਤੇ ਹਮਲਾ ਕੀਤਾ। 1941 'ਚ। ਤੇ ਅਸਲ ਦੇ ਵਿੱਚ ਰੂਸ ਤੇ ਹਮਲਾ ਕਰਕੇ ਹਿਟਲਰ ਨੇ ਆਪਣੀ ਜੀਵਨ ਦੀ ਸਭ ਤੋਂ ਵੱਡੀ ਭੁੱਲ ਕੀਤੀ, ਕਿਉਂਕਿ ਕੁਝ ਸਮੇਂ ਤੱਕ ਉਸ ਨੂੰ ਲਗਾਤਾਰ ਸਫਲਤਾ ਮਿਲਦੀ ਰਹੀ। ਤਾਂ 1942 ਵਿੱਚ ਜਰਮਨੀ ਨੇ ਸਟਾਲਿਨਗ੍ਰਾਡ ਤੇ ਹਮਲਾ ਕੀਤਾ ਤੇ 5 ਦਿਨਾਂ ਤੱਕ ਜਿਹੜੇ ਕਿ ਘਮਸਾਨ ਦਾ ਯੁੱਧ ਹੁੰਦਾ ਰਿਹਾ। ਬਟ ਬਹੁਤ ਜ਼ਿਆਦਾ ਸਰਦੀ ਹੋਣ ਕਰਕੇ ਜਰਮਨ ਸੈਨਿਕ ਜਿਹੜੇ ਕਿ ਪੂਰੇ ਸਹੀ ਢੰਗ ਨਾਲ ਲੜ ਨਾ ਸਕੇ। ਤੇ ਅਸਲ ਦੇ ਵਿੱਚ ਸਟਾਲਿਨਗ੍ਰਾਡ ਦਾ ਜਿਹੜੇ ਕਿ ਯੁੱਧ ਜਰਮਨੀ ਦੀ ਤਬਾਹੀ ਦਾ ਕਾਰਨ ਬਣਿਆ। ਜੇ ਜਰਮਨੀ ਰੂਸ ਤੇ ਹਮਲਾ ਨਾ ਕਰਦਾ ਤਾਂ ਸ਼ਾਇਦ ਯੁੱਧ ਦਾ ਜਿਹੜੇ ਕਿ ਨਕਸ਼ਾ ਕੁਝ ਹੋਰ ਹੋਣਾ ਸੀ। ਤਾਂ ਸਟਾਲਿਨਗ੍ਰਾਡ ਦੇ ਯੁੱਧ ਦੇ ਵਿੱਚ ਜਰਮਨੀ ਨੂੰ ਬਹੁਤ ਜ਼ਿਆਦਾ ਹਾਨੀ ਹੋਈ ਤੇ ਉਸਦੀ ਤਾਕਤ ਹੈ ਜਿਹੜੀ ਕਿ ਸਾਰੀ ਖਿੰਡ ਗਈ। ਤੇ ਅੰਤ 1943 ਵਿੱਚ ਉਹਨੇ ਆਪਣਾ ਆਤਮ ਸਮਰਪਣ ਕਰ ਦਿੱਤਾ। ਅੱਗੇ ਹੈ ਦੂਜੇ ਵਿਸ਼ਵ ਯੁੱਧ ਦੇ ਸਿੱਟੇ ਕੀ ਨਿਕਲੇ, ਨਤੀਜੇ ਜਾਂ ਕੀ ਮਹੱਤਤਾ ਹੋਈ। ਹਾਂਜੀ, ਇਹ ਯੁੱਧ 1939 ਤੋਂ ਲੈ ਕੇ 1945 ਈਸਵੀ ਤੱਕ ਚੱਲਿਆ। ਇਸ ਯੁੱਧ ਦੇ ਸਿੱਟੇ ਨਿਕਲੇ। ਇਸ ਯੁੱਧ ਵਿੱਚ ਇੰਗਲੈਂਡ ਤੇ ਮਿੱਤਰ ਜਿਹੜੇ ਦੇਸ਼ ਸੀ ਉਹ ਜੇਤੂ ਰਹੇ। ਠੀਕ ਹੈ, ਇੰਗਲੈਂਡ ਤੇ ਮਿੱਤਰ ਰਾਸ਼ਟਰ ਸੀ ਜਿਹੜੇ ਉਹ ਜੇਤੂ ਰਹੇ। ਸੈਕਿੰਡ, ਦੂਜੇ ਵਿਸ਼ਵ ਯੁੱਧ ਮਗਰੋਂ ਜਰਮਨੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਪੂਰਬੀ ਹਿੱਸਾ ਰੂਸ ਦੇ ਅਧਿਕਾਰ ਦੇ ਵਿੱਚ ਆ ਗਿਆ ਤੇ ਪੱਛਮੀ ਹਿੱਸਾ ਇੰਗਲੈਂਡ ਦੇ ਅਧਿਕਾਰ, ਇੰਗਲੈਂਡ, ਫਰਾਂਸ ਤੇ ਅਮਰੀਕਾ ਦੇ ਹਿੱਸੇ ਦੇ ਵਿੱਚ ਆ ਗਿਆ।
ਥਰਡ ਜਾਪਾਨ ਤੋਂ ਫਾਰਮੂਸਾ, ਕੋਰੀਆ, ਸਖਾਲਿਨ, ਕੁਰਿਲ ਇਹ ਪ੍ਰਦੇਸ਼ ਖੋਹ ਲਏ ਗਏ। ਫੋਰਥ ਯੁੱਧ ਦੀ ਹਾਨੀ ਪੂਰਤੀ ਲਈ ਇਟਲੀ ਤੋਂ ਕਈ ਜਿਹੜੇ ਕਿ ਇਲਾਕੇ ਖੋਹ ਲਏ ਗਏ ਅਤੇ ਇਹ ਪ੍ਰਦੇਸ਼ ਮਿੱਤਰ ਦੇਸ਼ਾਂ ਨੇ ਆਪਸ ਦੇ ਵਿੱਚ ਜਿਹੜੇ ਕਿ ਵੰਡ ਲਏ। ਫਿਫਥ ਇੰਗਲੈਂਡ ਅਤੇ ਫਰਾਂਸ ਨੂੰ ਵੀ ਕਾਫੀ ਨੁਕਸਾਨ ਉਠਾਉਣਾ ਪਿਆ ਅਤੇ ਉਹਨਾਂ ਦਾ ਬਹੁਤ ਸਾਰਾ ਧਨ ਆ ਜਿਹੜੇ ਕਿ ਯੁੱਧ ਦੇ ਵਿੱਚ ਖਰਚ ਹੋ ਗਿਆ। ਅਤੇ ਸਿਕਸਥ ਦੂਜੇ ਵਿਸ਼ਵ ਯੁੱਧ ਦੇ ਕਾਰਨ ਰੂਸ ਦੇ ਸਨਮਾਨ ਦੇ ਵਿੱਚ ਕਾਫੀ ਵਾਧਾ ਹੋਇਆ। ਸਟਾਲਿਨ ਦੀ ਅਗਵਾਈ ਹੇਠ ਉਹ ਸੰਸਾਰ ਦੀ ਜਿਹੜੀ ਕਿ ਮਹਾਨ ਸ਼ਕਤੀ ਬਣ ਗਈ। ਅਤੇ ਉਸ ਤੋਂ ਬਾਅਦ ਸੈਵਨਥ ਇਸ ਯੁੱਧ ਦੇ ਵਿੱਚ ਲਗਭਗ 5 ਕਰੋੜ ਲੋਕ ਮਾਰੇ ਗਏ ਅਤੇ ਇਸ ਤੋਂ ਕਿਤੇ ਵੱਧ ਜ਼ਖਮੀ ਹੋ ਗਏ। ਨੰਬਰ 8 ਇਸ ਯੁੱਧ ਦੇ ਭਿਆਨਕ ਸਿੱਟਿਆਂ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦੇਸ਼ ਯੁੱਧ ਦੀ ਰੋਕਥਾਮ ਕਰਨਾ ਅਤੇ ਸੰਸਾਰ ਦੇ ਵਿੱਚ ਸ਼ਾਂਤੀ ਕਾਇਮ ਰੱਖਣਾ। ਸੋ ਇਹ ਸੀ ਤੁਹਾਡੇ ਸ਼ਾਰਟ ਕੁਐਸਚਨਸ। ਥੈਂਕਸ।